गुड इवनिंग ऑल। मैं रेनू जीएमएस बरनाला डिस्ट्रिक्ट मानसा ਅੱਜ ਤੁਹਾਨੂੰ ਕਰਾ ਰਹੀ ਹਾਂ ਬਿਜਲੀ ਧਾਰਾ ਦੇ ਚੁੰਬਕੀ ਤੇ ਰਸਾਇਣਿਕ ਪ੍ਰਭਾਵ ਕਿ ਜਿਸ ਵੀ ਤਾਰ ਦੇ ਵਿੱਚੋਂ ਬਿਜਲੀ ਲੰਘਦੀ ਹੈ ਤਾਂ ਉਹਦੇ ਨਾਲ ਚੁੰਬਕੀ ਪ੍ਰਭਾਵ ਪੈਦਾ ਹੁੰਦਾ ਹੈ ਤੇ ਉਸਦੇ ਰਸਾਇਣਿਕ ਪ੍ਰਭਾਵ। ਲੈਟਸ ਸਟਾਰਟ ਦੀ ਚੈਪਟਰ। ਇਹ ਅਸੀਂ ਇੱਕ ਸਰਕਟ ਦਿਖਾਇਆ ਜਿਹਦੇ ਵਿੱਚ ਕੀ ਹੈਗੇ ਆ, ਦੋ ਇਲੈਕਟ੍ਰੋਡ ਲਗਾਏ ਹੈਗੇ ਆ, ਇੱਕ ਕੈਥੋਡ ਦਾ ਕੰਮ ਕਰੇਗਾ ਤੇ ਇੱਕ ਐਨੋਡ ਦਾ। ਤਾਂ ਇਹਦੇ ਵਿੱਚ ਕਿਆ ਹੋਏਗਾ, ਕੈਥੋਡ ਤੋਂ ਐਨੋਡ ਤੋਂ ਆਇਨਸ ਕਿੱਧਰ ਜਾਣਗੇ, ਕੈਥੋਡ ਕੰਨੀ ਜਾ ਰਹੇ ਹੈਗੇ ਆ। ਤਾਂ ਇਲੈਕਟ੍ਰੋਨਸ ਦੇ ਫਲੋ ਕਰਨ ਦੇ ਨਾਲ ਕਰੰਟ ਜਾਂਦਾ ਹੈਗਾ। ਤਾਂ ਇਸ ਡਾਇਗਰਾਮ ਕੰਨੀ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਲੈਕਟ੍ਰੋਨ ਹੈ ਉਹ ਐਨੋਡ ਤੋਂ ਕੈਥੋਡ ਕੰਨੀ ਜਾ ਰਹੇ ਆ ਔਰ ਘੋਲ ਦੇ ਵਿੱਚ ਆਇਨਸ ਕੈਥੋਡ ਤੇ ਐਨੋਡ ਕੰਨੀ ਮੂਵ ਕਰ ਰਹੇ ਹੈਗੇ ਆ, ਜਿਸ ਕਰਕੇ ਇੱਕ ਤਾਰ ਦੇ ਵਿੱਚੋਂ ਕਰੰਟ ਲੰਘਦਾ ਹੈਗਾ। ਬਿਜਲੀ ਧਾਰਾ ਕਿਉਂ ਪ੍ਰੋਡਿਊਸ ਹੁੰਦੀ ਹੈਗੀ ਆ, ਕਿਉਂ ਪੈਦਾ ਹੁੰਦੀ ਹੈ, ਜਾਂ ਤਾਂ ਆਇਨਸ ਦੀ ਮੂਵਮੈਂਟ ਕਰਕੇ ਜਾਂ ਇਲੈਕਟ੍ਰੋਨ ਦੇ ਫਲੋ ਕਰਨ ਦੇ ਕਰਕੇ ਇੱਕ ਵਾਇਰ ਦੇ ਵਿੱਚੋਂ। ਤਾਂ ਇਸ ਰਿਪਰਜੈਂਟੇਸ਼ਨ ਰਾਹੀਂ ਇਹੋ ਪਤਾ ਚੱਲਦਾ ਕਿ ਇਲੈਕਟ੍ਰੋਨਸ ਦੇ ਫਲੋ ਨੂੰ ਅਸੀਂ ਕੀ ਕਹਿੰਦੇ ਹਾਂ, ਕਰੰਟ ਕਹਿੰਦੇ ਹਾਂ, ਔਰ ਮੂਵਮੈਂਟ ਆਫ ਦੀ ਆਇਨਸ ਟੂਵਰਡ ਦੀ ਐਨੋਡ ਤੇ ਕੈਥੋਡ ਉਹਨਾਂ ਨੂੰ ਅਸੀਂ ਕੀ ਕਵਾਂਗੇ, ਇਲੈਕਟ੍ਰੀਕਲ ਕਰੰਟ। ਨਾਓ ਇਹ ਇਲੈਕਟ੍ਰੋਡ ਅਸੀਂ ਦੋ ਇਲੈਕਟ੍ਰੋਡ ਲਏ ਹੈਗੇ, ਪੋਜ਼ੀਟਿਵ ਅਤੇ ਨੈਗੇਟਿਵ ਇਲੈਕਟ੍ਰੋਡ। ਨੈਗੇਟਿਵ ਵਾਲੇ ਨੂੰ ਐਨੋਡ ਕਹਿੰਦੇ ਹੈਗੇ ਆ। ਐਨੋਡ ਕੀ ਹੁੰਦਾ, ਨੈਗੇਟਿਵ ਟਰਮੀਨਲ, ਔਰ ਕੈਥੋਡ ਕਿਆ ਹੋਏਗਾ, ਪੋਜ਼ੀਟਿਵ ਟਰਮੀਨਲ। ਨੈਗੇਟਿਵ ਟਰਮੀਨਲ ਨੂੰ ਅਸੀਂ ਬੈਟਰੀ ਦੇ ਪੋਜ਼ੀਟਿਵ ਨਾਲ ਜੋੜਦੇ ਹਾਂ, ਐਨੋਡ ਨੂੰ ਬੈਟਰੀ ਦੇ ਪੋਜ਼ੀਟਿਵ ਨਾਲ ਜੋੜਾਂਗੇ, ਔਰ ਕੈਥੋਡ ਨੂੰ ਜੋ ਖੁਦ ਕੀ ਹੁੰਦਾ ਪੋਜ਼ੀਟਿਵ ਟਰਮੀਨਲ, ਉਸ ਨੂੰ ਬੈਟਰੀ ਦੇ ਕਾਹਦੇ ਨਾਲ ਜੋੜੋਗੇ, ਨੈਗੇਟਿਵ ਟਰਮੀਨਲ ਨਾਲ। ਇਲੈਕਟ੍ਰੋਲਾਈਟ ਲਿਆ, ਘੋਲ ਜਿਸ ਦੇ ਆਇਨ ਬਣਦੇ ਹਨ। ਦੋ ਇਲੈਕਟ੍ਰੋਡ ਲਏ ਆ, ਇਲੈਕਟ੍ਰੋਡ ਬਿਜਲੀ ਦੇ ਚਾਲਕ ਹੁੰਦੇ ਹਨ। ਰਾਈਟ ਸਾਈਡ ਵਾਲਾ ਜੋ ਹੈ ਕੈਥੋਡ ਹੈ ਉਹ ਪੋਜ਼ੀਟਿਵ ਟਰਮੀਨਲ ਹੋਏਗਾ, ਉਹਨੂੰ ਅਸੀਂ ਬੈਟਰੀ ਦੇ ਕਾਹਦੇ ਨਾਲ ਜੋੜਾਂਗੇ, ਨੈਗੇਟਿਵ ਟਰਮੀਨਲ ਨਾਲ। ਔਰ ਐਨੋਡ ਖੁਦ ਤੇ ਚਾਰਜ ਕਿੰਨਾ ਹੁੰਦਾ, ਨੈਗੇਟਿਵ, ਬੈਟਰੀ ਦੇ ਕਿਹੜੇ ਟਰਮੀਨਲ ਨਾਲ ਜੋੜਿਆ ਜਾਂਦਾ ਹੈਗਾ, ਪੋਜ਼ੀਟਿਵ ਦੇ ਨਾਲ। ਉਸ ਤੋਂ ਬਾਅਦ ਹੈਗਾ ਅਸੀਂ ਕਿਰਿਆ ਕਰ ਰਹੇ ਹਾਂ ਕਿ ਦਰਵ ਜਿਹੜੇ ਹੈਗੇ ਆ ਬਿਜਲੀ ਦੇ ਚੰਗੇ ਸੁਚਾਲਕ ਹੁੰਦੇ ਹਨ। ਇੱਕ ਬਿੱਕਰ ਦੇ ਵਿੱਚ ਲੈਮਨ ਦਾ ਘੋਲ ਲਿਆ ਹੈਗਾ, ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਧਾਰਾ ਲੰਘਾਉਣ 'ਤੇ ਨਿੰਬੂ ਦੇ ਰਸ ਦੇ ਵਿੱਚੋਂ ਬਿਜਲੀ ਧਾਰਾ ਪੈਦਾ ਹੁੰਦੀ ਹੈ, ਜਿਸ ਨੂੰ ਜਿਹੜੀ ਕਿ ਚੁੰਬਕੀ ਸੂਈ ਨੂੰ ਵਿਖੇਪਿਤ ਕਰ ਦਿੰਦੀ ਹੈ। ਇਸ ਤੋਂ ਕਿਰਿਆ ਤੋਂ ਸਿੱਧ ਹੁੰਦਾ ਹੈ ਕਿ ਨਿੰਬੂ ਦਾ ਘੋਲ ਜੋ ਹੈ ਉਸ ਦੇ ਵਿੱਚੋਂ ਬਿਜਲੀ ਧਾਰਾ ਲੰਘ ਸਕਦੀ ਹੈ। ਕਿ ਰਸਾਇਣਿਕ ਪ੍ਰਭਾਵ ਕਿ ਕਿਸੇ ਵੀ ਦਰਵ ਦੇ ਵਿੱਚੋਂ ਬਿਜਲੀ ਤਾਰਾਂ ਲੰਘਾਉਣ 'ਤੇ ਕਰੰਟ ਪੈਦਾ ਹੁੰਦਾ ਹੈ। ਕਿਉਂ ਪੈਦਾ ਹੁੰਦਾ, ਕਿਉਂਕਿ ਘੋਲ ਜਿਹੜਾ ਹੈਗਾ ਨਿੰਬੂ ਦਾ ਰਸ ਤੇਜ਼ਾਬੀ ਹੁੰਦਾ, ਐਸਿਡਿਕ ਹੁੰਦਾ, ਜਿਹੜਾ ਕਿ ਆਇਨਾਂ ਦਾ ਬਣਿਆ ਹੁੰਦਾ। ਇਲੈਕਟ੍ਰੋਨਸ ਦੀ ਮੂਵਮੈਂਟਸ ਦੇ ਕਰਕੇ ਇਲੈਕਟ੍ਰੋਨ ਇਸ ਤਾਰ 'ਚੋਂ ਲੰਘਣਗੇ, ਜਾਂ ਇਲੈਕਟ੍ਰੋਨ ਕੈਥੋਡ ਔਰ ਐਨੋਡ ਕੰਨੀ ਮੂਵਮੈਂਟਸ ਹੋਏਗੀ, ਜਿਸ ਦੇ ਰਿਜ਼ਲਟ ਵਜੋਂ ਇਹ ਕਰੰਟ ਕੀ ਹੈ, ਪ੍ਰੋਡਿਊਸ ਹੋਏਗਾ, ਐਜ਼ ਸ਼ੋਨ ਪ੍ਰੀਵੀਅਸਲੀ। ਇਸੇ ਤਰ੍ਹਾਂ ਅਸੀਂ ਇਹ ਵਾਲਾ ਐਕਸਪੈਰੀਮੈਂਟ ਸਿਰਕੇ ਦੇ ਨਾਲ ਵੀ ਕਰ ਸਕਦੇ ਹਾਂ। ਸਿਰਕਾ ਕੀ ਹੁੰਦਾ, ਇੱਕ ਐਸਿਡ ਹੁੰਦਾ। ਤਾਂ ਇਹਦੇ ਵਿੱਚ ਵੀ ਕੈਟਾਈਨ ਅਤੇ ਐਨਾਈਨ ਹੋਣਗੇ, ਉਹ ਐਨੋਡ ਅਤੇ ਕੈਥੋਡ ਕੰਨੀ ਮੂਵ ਕਰਨਗੇ, ਜਾਂ ਇਲੈਕਟ੍ਰੋਨ ਵਾਇਰ 'ਚੋਂ ਤੋਂ ਵੱਧ ਘਣਤਾ ਤੋਂ ਘੱਟ ਘਣਤਾ ਕੰਨੀ ਮੂਵਮੈਂਟਸ ਹੋਏਗੀ, ਜਿਸ ਦੇ ਰਿਜ਼ਲਟ ਵਜੋਂ ਕਰੰਟ ਪ੍ਰੋਡਿਊਸ ਹੋਏਗਾ। ਤਾਂ ਇੱਦਾਂ ਅਸੀਂ ਕਿਸੇ ਵੀ ਦਰਵ ਦਾ ਸਿੱਧ ਕਰ ਸਕਦੇ ਹਾਂ, ਉਹਦੇ ਵਿੱਚੋਂ ਬਿਜਲੀ ਧਾਰਾ ਲੰਘਾ ਕੇ, ਜਾਂ ਕੰਪਸ ਦੀ ਸੂਈ ਦੀ ਡਿਫਲੈਕਸ਼ਨ ਦੇ ਰਾਹੀਂ ਸੂਈ ਵਿਖੇਪਿਤ ਹੋਏਗੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਜਦੋਂ ਕਿਸੇ ਘੋਲ ਦੇ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਂਦੀ ਹੈ ਤਾਂ ਉਹ ਕਰੰਟ ਚੁੰਬਕੀ ਸੂਈ ਕੀ ਹੈ, ਵਿਖੇਪਿਤ ਹੋਏਗੀ, ਕੰਪਸ ਦੀ ਨੀਡਲ। ਅਸੀਂ ਇਹ ਇੱਕ ਛੋਟਾ ਜਿਹਾ ਸਰਕਟ ਲਗਾਇਆ ਜਿਸ 'ਚ ਬਲਬ, ਸੈੱਲ ਅਤੇ ਬੈਟਰੀ ਲਗਾਈ ਹੈਗੀ ਹੈ। ਇਹਦੇ ਵਿੱਚੋਂ ਜਦੋਂ ਕਰੰਟ ਲੰਘਾਇਆ ਜਾਂਦਾ ਤਾਂ ਕਰੰਟ ਦੇ ਲੰਘਣ ਦੇ ਨਾਲ, ਠੀਕ ਹੈ, ਕਰੰਟ ਪਾਸ ਕੀਤਾ ਜਾਂਦਾ ਤਾਂ ਸਰਕਟ ਚਾਲੂ ਹੋ ਜਾਂਦਾ। ਪਹਿਲਾਂ ਖੁੱਲ੍ਹਾ ਸਰਕਟ ਹੈ, ਫਿਰ ਜਦੋਂ ਚਾਬੀ ਨੂੰ ਬੰਦ ਕੀਤਾ ਜਾਂਦਾ ਉਹਦੇ ਨਾਲ ਕਰੰਟ ਕੀ ਹੈ, ਪੈਦਾ ਹੁੰਦਾ। ਇਹਦੇ ਵਿੱਚ ਅਸੀਂ ਫਾਈਨ ਸਿਰੇਮਿਕਸ ਦੀ ਇੱਕ ਟਾਈਲ ਲਗਾਈ ਹੈਗੀ ਹੈ, ਤਾਂ ਉਸ ਦੇ ਵਿੱਚੋਂ ਕਰੰਟ ਨਹੀਂ ਪਾਸ ਹੋ ਰਿਹਾ ਹੈਗਾ। ਮੈਟਲਸ ਜਿਹੜੀਆਂ ਹੈਗੀਆਂ ਧਾਤਾਂ, ਇਹ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ। ਜਦੋਂ ਕਿ ਸਿਰੈਮਿਕ ਦੀਆਂ ਟਾਈਲਸ, ਠੀਕ ਹੈ, ਲਗਾਈਏ ਤਾਂ ਉਹਦੇ ਵਿੱਚੋਂ ਕਰੰਟ
ਸਰਕਟ ਬੰਦ ਹੋਣ 'ਤੇ ਬੱਲਬ ਨਹੀਂ ਜਗਿਆ। ਇੱਧਰ ਕੀ ਹੈ, ਅਸੀਂ ਇੱਕ ਧਾਤ ਦੀ ਰਾਈਟ ਸਾਈਡ 'ਤੇ ਅਸੀਂ ਕੀ ਲਗਾਈ ਹੈ, ਇੱਕ ਧਾਤਵੀ ਪਲੇਟ ਲਗਾਈ ਹੈਗੀ ਆ, ਉਹਦੇ ਵਿੱਚੋਂ ਕਰੰਟ ਪਾਸ ਹੋ ਸਕਦਾ ਤਾਂ ਬੱਲਬ ਕੀ ਹੈ, ਜਗੇਗਾ। ਇੱਦਾਂ ਤੁਸੀਂ ਕੰਡਕਟਰ ਅਤੇ ਇੰਸੂਲੇਟਰ, ਚਾਲਕ ਅਤੇ ਰੋਧਕ ਦੇ ਵਿੱਚ ਅੰਤਰ ਦੱਸ ਸਕਦੇ ਹੋ। ਜਿਹੜੀਆਂ ਧਾਤਾਂ ਕੀ ਹੁੰਦੀਆਂ, ਬਿਜਲੀ ਦੀਆਂ ਸੁਚਾਲਕ। ਅੱਗੇ ਵੀ ਇਹ ਅਸੀਂ ਬਹੁਤ ਸਾਰੀਆਂ ਕਿਰਿਆਵਾਂ ਰਾਹੀਂ ਸਿੱਧ ਕਰਾਂਗੇ ਕਿ ਧਾਤਾਂ ਅਤੇ ਅਧਾਤਾਂ ਕਿਹੜੀਆਂ ਬਿਜਲੀ ਦੇ ਕੰਡਕਟਰ ਅਤੇ ਰੋਧਕ ਦੇ ਵਿੱਚ ਫਰਕ, ਸੁਚਾਲਕ ਅਤੇ ਕੁਚਾਲਕ 'ਚ। ਇਹ ਪਾਣੀ ਵਿੱਚੋਂ ਬਿਜਲੀ ਧਾਰਾ ਲੰਘਾਉਣ 'ਤੇ ਇਲੈਕਟ੍ਰੋਲਿਸਿਸ ਦਿਖਾਈ ਗਈ ਹੈ। ਪਾਣੀ ਦਾ ਅਪਘਟਨ ਕਿਵੇਂ ਹੁੰਦਾ, ਜਦੋਂ ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੁੰਦਾ, ਪਰ ਜਦੋਂ ਇਹਦੇ ਵਿੱਚ ਇੱਕ ਡਰੋਪ ਐਸਿਡ ਦੀ ਪਾਈ ਜਾਂਦੀ ਹੈਗੀ ਆ ਤਾਂ ਇਹਦੇ ਵਿੱਚੋਂ ਕਿਆ ਹੋਏਗੀ, ਬਿਜਲੀ ਧਾਰਾ ਪ੍ਰੋਡਿਊਸ ਹੋਏਗੀ। ਤਾਂ ਜੋ ਪਾਣੀ ਹੈ ਉਹ ਕਿਸ 'ਚ ਟੁੱਟੇਗਾ, ਐਚ ਆਇਨ ਅਤੇ ਹਾਈਡਰੋਕਸਿਲ ਆਇਨ। ਕੈਟਾਇਨ ਅਤੇ ਅਨਾਇਨ 'ਚ ਟੁੱਟੇਗਾ, ਪ੍ਰੋਟੋਨ ਅਤੇ ਹਾਈਡਰੋਕਸਿਲ ਆਇਨ 'ਚ, ਜਿਹੜੇ ਕਿ ਕੈਥੋਡ ਅਤੇ ਐਨੋਡ ਕੰਨੀ ਜਾਣਗੇ। ਤੁਸੀਂ ਅਗਰ ਧਿਆਨ ਨਾਲ ਦੇਖੋ ਕਿ ਹਾਈਡਰੋਜਨ ਜਿਹੜੀ ਹੈਗੀ ਆ ਡਬਲ ਅਮਾਊਂਟ ਪ੍ਰੋਡਿਊਸ ਹੋ ਰਹੀ ਹੈ ਐਜ਼ ਕੰਪੇਅਰ ਟੂ ਆਕਸੀਜਨ ਐਨੋਡ 'ਤੇ ਪ੍ਰੋਡਿਊਸ ਹੋਏਗੀ ਔਰ ਹਾਈਡਰੋਜਨ ਗੈਸ ਕੈਥੋਡ 'ਤੇ ਕਲੈਕਟ ਹੋਏਗੀ। ਇਸ ਨੂੰ ਇਲੈਕਟ੍ਰੋਲਿਸਿਸ ਆਫ ਵਾਟਰ ਵੀ ਕਹਿੰਦੇ ਆ। ਜਾਂ ਬਿਜਲੀ ਧਾਰਾ ਲੰਘਾਉਣ ਦੇ ਨਾਲ ਪਾਣੀ ਦਾ ਅਪਘਟਨ, ਹਾਈਡਰੋਜਨ ਗੈਸ ਵਿਲ ਵੀ ਪ੍ਰੋਡਿਊਸ ਡਬਲ ਐਜ਼ ਕੰਪੇਅਰ ਟੂ ਦੀ ਆਕਸੀਜਨ। ਨਾਓ ਪ੍ਰੋਸੀਡ ਟੂ ਦ ਫਰਦਰ। ਅੱਗੇ ਟੋਪਿਕ ਕਿਆ ਹੈਗਾ, ਬਿਜਲੀ ਧਾਰਾ ਲੰਘਾਉਣ 'ਤੇ ਪਾਣੀ ਦਾ ਕਿਆ ਹੋ ਰਿਹਾ, ਬਿਜਲੀ ਅਪਘਟਨ ਹੋ ਰਿਹਾ ਹੈਗਾ। ਦੈਨ ਜਦੋਂ ਕਿਸੇ ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਤੁਸੀਂ ਈਜ਼ੀਲੀ ਦੇਖ ਸਕਦੇ ਹੋ। ਜਦੋਂ ਅਸੀਂ ਇਹਦੇ ਵਿੱਚ ਔਨ ਕਰਦੇ ਹੈਗੇ ਆ ਸਵਿੱਚ, ਤੱਕ ਬਿਜਲੀ ਦਾ ਕਰੰਟ ਇੱਕ ਤਾਰ ਦੇ ਵਿੱਚੋਂ ਪਾਸ ਹੋ ਰਿਹਾ, ਜਿਹਦੇ ਨਾਲ ਚੁੰਬਕੀ ਸੂਈ ਕੀ ਹੈ, ਡਿਫਲੈਕਟ ਹੋ ਜਾਂਦੀ ਹੈਗੀ ਆ। ਤਾਂ ਇਸ ਕਿਰਿਆ ਤੋਂ ਸਿੱਧ ਹੁੰਦਾ ਹੈ ਕਿ ਜਿਸ ਵੀ ਐਨੀ ਵਾਇਰ ਕੰਡਕਟ ਕੈਰੀਅਰ ਉਹਦੇ ਸਾਈਡ 'ਤੇ ਕਿਆ ਹੈ, ਮੈਗਨੈਟਿਕ ਫੀਲਡ ਡਿਵੈਲਪ ਹੋ ਜਾਂਦਾ ਹੈ, ਜਿਸ ਦੇ ਰਿਜ਼ਲਟ ਵਜੋਂ ਚੁੰਬਕੀ ਸੂਈ ਜਾਂ ਕੰਪਸ ਦੀ ਸੂਈ ਕਿਆ ਹੈ, ਵਿਖੇਪਿਤ ਹੋਏਗੀ। ਔਨ ਚੇਂਜਿੰਗ ਦੀ ਟਰਮੀਨਲ, ਤਾਂ ਇਹ ਚੁੰਬਕੀ ਸੂਈ ਜਿਹੜੀ ਹੈਗੀ ਆ ਰਿਵਰਸ ਡਾਇਰੈਕਸ਼ਨ 'ਚ ਵਿਖੇਪਿਤ ਹੋਏਗੀ। ਇਹ ਕਿਰਿਆ ਸਾਨੂੰ ਕੀ ਦਰਸਾ ਰਹੀ ਹੈ, ਜਾਂ ਇਹ ਡਾਇਗਰਾਮ ਕੀ ਦਰਸਾ ਰਹੀ ਹੈ ਕਿ ਕਰੰਟ ਕੈਰਿੰਗ ਵਾਇਰ ਹੈ, ਉਹਦੇ ਵਿੱਚੋਂ ਕਰੰਟ ਲੰਘਾਉਣ ਦੇ ਨਾਲ ਚੁੰਬਕੀ ਸੂਈ ਵਿਖੇਪਿਤ ਹੁੰਦੀ ਹੈ ਤਾਂ ਮਤਲਬ ਚੁੰਬਕੀ ਫੀਲਡ ਡਿਵੈਲਪ ਹੁੰਦਾ ਹੈਗਾ। this shows like this. Now come to the next topic. This is about the current carrying wire. You can also see here when the electron passing, the deflection will be shown by the compass. ਜਿਸ ਵੀ ਕਰੰਟ ਕੈਰਿੰਗ ਵਾਇਰ 'ਚੋਂ ਜਦੋਂ ਕਰੰਟ ਪਾਸ ਕੀਤਾ ਜਾਂਦਾ ਤਾਂ ਚੁੰਬਕੀ ਸੂਈ ਦੀ ਡਿਫਲੈਕਸ਼ਨ ਦਿਖਾਈ ਹੈ ਅਕੋਰਡਿੰਗ ਟੂ ਸਾਊਥ ਔਰ ਨੌਰਥ। ਇਫ ਵੀ ਚੇਂਜ ਦੀ ਟਰਮੀਨਲ ਆਫ ਦੀ ਇਲੈਕਟ੍ਰੋਡਸ, ਤਾਂ ਉਹਦੇ ਨਾਲ ਕਰੰਟ ਕੰਪਸ ਦੀ ਡਿਫਲੈਕਸ਼ਨ ਵੀ ਕਿਆ ਹੋ ਜਾਂਦੀ ਹੈਗੀ ਹੈ, ਚੇਂਜ ਹੋ ਜਾਏਗੀ। ਠੀਕ ਆ। ਦੈਨ ਮੀਨਸ ਕਰੰਟ ਕੈਰਿੰਗ ਵਾਇਰ ਹੈਵ ਦੀ ਮੈਗਨੈਟਿਕ ਫੀਲਡ ਆਲਸੋ। ਦਿਸ ਆਲਸੋ ਸ਼ੋਜ਼ ਕਿ ਜਦੋਂ ਸਰਕਟ ਨੂੰ ਔਨ ਕੀਤਾ ਜਾਂਦਾ ਤਾਂ ਚੁੰਬਕੀ ਸੂਈ ਵਿਖੇਪਿਤ ਹੋ ਜਾਂਦੀ ਹੈ। ਅਸੀਂ ਇੱਕ ਆਇਰਨ ਨੇਲ ਲਈ ਆ, ਉਹਦੇ ਸਾਈਡ 'ਤੇ ਕਾਪਰ ਵਾਇਰ ਲਪੇਟੀ ਆ। ਜਦੋਂ ਅਸੀਂ ਸਰਕਟ ਨੂੰ ਔਨ ਕਰਦੇ ਹੈਗੇ ਆ ਤਾਂ ਇਹਦੇ ਵਿੱਚੋਂ ਕਰੰਟ ਪਾਸ ਕਰਦੇ ਆ ਤਾਂ ਮੈਗਨੈਟਿਕ ਫੀਲਡ ਡਿਵੈਲਪ ਹੁੰਦਾ। ਐਜ਼ ਏ ਰਿਜ਼ਲਟ ਕੰਪਸ ਦੀ ਜੋ ਨੀਡਲ ਹੈ, ਚੁੰਬਕੀ ਸੂਈ ਦੀ ਨੀਡਲ ਹੈ, ਉਹਦੇ ਵਿੱਚ ਕਿਆ ਹੋਏਗਾ, ਵਿਖੇਪਨ ਸ਼ੋ ਹੋਏਗਾ। ਯੂ ਕੈਨ ਸੀ ਫਲੋ ਆਫ ਦੀ ਇਲੈਕਟ੍ਰੋਨ ਫਰੋਮ ਪੋਜ਼ੀਟਿਵ ਟਰਮੀਨਲ ਟੂ ਨੈਗੇਟਿਵ। ਤਾਂ ਇਸ ਵਾਇਰ ਦੇ ਵਿੱਚ ਜੋ ਇਲੈਕਟ੍ਰੋਨਸ ਦੀ ਮੂਵਮੈਂਟ ਹੋ ਰਹੀ ਹੈ, ਇਲੈਕਟ੍ਰੋਨ ਫਲੋ ਹੋ ਰਹੇ ਆ, ਉਸ ਨੂੰ ਹੀ ਕਰੰਟ ਕਹਿੰਦੇ ਆ। ਇਲੈਕਟ੍ਰੋਨ ਜਿਹੜੇ ਹੈਗੇ ਆ ਹਾਈ ਪੋਟੈਂਸ਼ੀਅਲ ਤੋਂ ਲੋ ਪੋਟੈਂਸ਼ੀਅਲ ਕਰਨੀ ਜਾਣਗੇ ਕਦੋਂ ਤੱਕ, ਜਦੋਂ ਤੱਕ ਦੋਨੋਂ ਟਰਮੀਨਲਸ ਦਾ ਪੋਟੈਂਸ਼ੀਅਲ ਡਿਫਰੈਂਸ ਸੇਮ ਨਹੀਂ ਹੋ ਜਾਂਦਾ। ਇਸ ਨੂੰ ਕੀ ਹੈ, ਫਲੋ ਆਫ ਇਲੈਕਟ੍ਰੋਨਸ, ਜਾਂ ਇਲੈਕਟ੍ਰੋਨ ਦਾ ਇੱਕ ਤਾਰ ਦੇ ਵਿੱਚੋਂ ਫਲੋ ਕਰਨਾ, ਉਸ ਨੂੰ ਕੀ ਕਹਿੰਦੇ ਆ, ਕਰੰਟ ਕਹਿੰਦੇ ਆ। ਦੇਰ ਇਜ਼ ਸਮ ਫੋਰਸ ਲੱਗਦੀ ਹੈਗੀ ਆ, ਉਸ ਨੂੰ ਇਲੈਕਟ੍ਰੋਮੋਟਿਵ ਫੋਰਸ ਕਹਿੰਦੇ ਆ। ਔਰ ਡਿਫਰੈਂਸ ਬਿਟਵੀਨ ਦੀ ਪੋਜ਼ੀਟਿਵ ਐਂਡ ਨੈਗੇਟਿਵ ਪੋਟੈਂਸ਼ੀਅਲ ਡਿਫਰੈਂਸ ਕਵਾਂਗੇ ਉਹਨਾਂ ਨੂੰ, ਜੋ ਜਿਸ ਦੇ ਕਰਕੇ ਇਲੈਕਟ੍ਰੋਨਸ ਕੀ ਆ, ਫਲੋ ਕਰਦੇ ਆ। ਦੈਨ ਹਾਊ ਕੈਨ ਯੂ ਟੈਸਟ ਕਿ ਕੋਈ ਸਬਸਟਾਂਸ ਕੰਡਕਟਰ ਹੈ ਜਾਂ ਇੰਸੂਲੇਟਰ ਹੈਗਾ। ਅਸੀਂ ਇੱਕ ਸਰਕਟ ਡਿਵੈਲਪ ਕੀਤਾ ਹੋਇਆ ਜਿਹਦੇ ਵਿੱਚ ਬੱਲਬ, ਬੈਟਰੀ ਅਤੇ ਕੁਛ ਲਗਾਇਆ, ਸੈੱਲ ਵਗੈਰਾ ਲਗਾਇਆ। ਇੱਥੇ ਅਸੀਂ ਚੇਂਜ ਕਰ ਰਹੇ ਹਾਂ। ਅਗਰ ਅਸੀਂ ਗਲਾਸ ਲੈਂਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਬੱਲਬ ਕੀ ਹੈ, ਨਹੀਂ ਜਗ ਰਿਹਾ। ਜੇ ਤੁਸੀਂ ਇੱਥੇ ਵੁੱਡ ਲਗਾਈ ਹੈਗੀ ਹੈ, ਵੁੱਡ, ਤਾਂ ਵੀ ਬੱਲਬ ਨਹੀਂ ਚੱਲਿਆ। ਪਰ ਜਦੋਂ ਅਸੀਂ ਧਾਤ ਕਾਪਰ ਦੀ ਪਲੇਟ ਲਗਾਈ ਤਾਂ ਬੱਲਬ ਕੀ ਹੈ, ਜਗ ਜਾਂਦਾ। ਅਗੇਨ ਯੂ ਕੈਨ ਸੀ ਔਨ ਪਲੇਸਿੰਗ ਗਲਾਸ ਬੱਲਬ ਕੀ ਹੈ, ਨਹੀਂ ਜਗਿਆ। ਤਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਗਲਾਸ ਕੀ ਹੈ, ਰੋਧਕ ਹੈ, ਇੰਸੂਲੇਟਰ ਹੈਗਾ। ਔਰ ਕਾਪਰ
ਲੱਕੜ ਲਗਾਈ, ਵੁੱਡ ਲਗਾਈ ਤਾਂ ਵੀ ਬਲਬ ਨਹੀਂ ਚੱਲ ਰਿਹਾ। ਪਰ ਕਾਪਰ ਦੀ ਪਲੇਟ ਧਾਤ ਲਗਾਉਣ 'ਤੇ ਬਲਬ ਕੀ ਹੈ, ਜਗ ਰਿਹਾ। ਇੱਦਾਂ ਤੁਸੀਂ ਇੱਕ ਛੋਟਾ ਜਿਹਾ ਸਰਕਟ ਬਣਾ ਕੇ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਚੀਜ਼ ਇਨਸੂਲੇਟਰ ਹੈ ਅਤੇ ਕਿਹੜੀ ਕੰਡਕਟਰ ਹੈਗੀ ਹੈ। ਇਸ ਮੈਥਡ ਦੇ ਨਾਲ ਤੁਸੀਂ ਅੱਛੀ ਤਰ੍ਹਾਂ ਦੇਖ ਕੇ ਇਸ ਕਿਰਿਆ ਨੂੰ ਕਰੋ। ਬੇਟਾ ਕਿਆ ਕਿਆ ਸਮਾਨ ਚਾਹੀਦਾ, ਬਲਬ, ਤਾਰ, ਬੈਟਰੀ, ਗਲਾਸ, ਰਬੜ, ਜੋ ਵੀ ਤੁਹਾਡੇ ਕੋਲ ਸਮਾਨ ਹੋਵੇ ਜਮੈਟਰੀ ਬਾਕਸ 'ਚ, ਉਹ ਸਾਰਾ ਲੈ ਕੇ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਕੇਸ 'ਚ ਜਿਸ ਦੇ ਨਾਲ ਬਲਬ ਤੁਹਾਡਾ ਗਲੋ ਕਰ ਗਿਆ ਉਹ ਕੀ ਹੋਏਗਾ, ਕੰਡਕਟਰ। ਜਿਸ ਨਾਲ ਨਹੀਂ ਗਲੋ ਕੀਤਾ ਤਾਂ ਉਹ ਕੀ ਹੋਏਗਾ, ਇਨਸੂਲੇਟਰ। ਇੱਦਾਂ ਚਾਲਕ ਅਤੇ ਰੋਧਕ ਦੇ ਵਿੱਚ ਤੁਸੀਂ ਅੰਤਰ ਦੱਸ ਸਕਦੇ ਹੋ। ਐਕਚੁਅਲੀ ਇਹ ਟੌਪਿਕ ਪਹਿਲਾਂ ਦੱਸਣਾ ਚਾਹੀਦਾ ਸੀ, ਚਲੋ ਕੋਈ ਗੱਲ ਨਹੀਂ। ਉਦੋਂ ਬਾਅਦ ਹੈਗਾ ਪਾਣੀ ਦੀ ਆਇਨਾਈਜੇਸ਼ਨ। ਜਦੋਂ ਪਾਣੀ ਦੇ ਵਿੱਚੋਂ ਕਰੰਟ ਲੰਘਾਇਆ ਜਾਂਦਾ ਤਾਂ ਪ੍ਰੋਟੋਨ ਅਤੇ ਹਾਈਡਰੋਕਸਿਲ ਆਇਨ 'ਚ ਟੁੱਟੇਗਾ। ਇਹ ਹਾਈਡਰੋਲਿਸਿਸ ਆਫ ਵਾਟਰ ਕਹਿੰਦੇ ਆ। ਰਸਾਇਣਿਕ ਪ੍ਰਭਾਵ ਹੋ ਗਿਆ, ਮੀਨਸ ਕਿਸੇ ਵੀ ਦੇ ਵਿੱਚੋਂ ਪਾਣੀ ਲੰਘਾਉਣ 'ਤੇ ਬਿਜਲੀ ਲੰਘਾਉਣ 'ਤੇ ਰਸਾਇਣਿਕ ਪ੍ਰਭਾਵ। ਯੂ ਕੈਨ ਸੇ ਇਲੈਕਟ੍ਰੋਲਿਸਿਸ ਆਫ ਵਾਟਰ ਟੇਕਸ ਪਲੇਸ। ਪੂਰੀ ਇਹ ਸਲਾਈਡ ਨਹੀਂ ਲੱਗੀ ਹੈਗੀ, ਚਲੋ। ਤਾਂ ਇਸ ਤਰ੍ਹਾਂ ਕਰੰਟ ਪਾਸ ਕਰਨ 'ਤੇ ਜੋ ਹੈਗਾ ਇਲੈਕਟ੍ਰੀਕਲ ਕਰੰਟ ਪਾਸ ਕਰਨ 'ਤੇ ਪਾਣੀ ਦਾ ਕੀ ਹੁੰਦਾ, ਅਪਘਟਨ ਹੁੰਦਾ। ਇਸ ਨੂੰ ਬਿਜਲੀ ਧਾਰਾ ਦਾ ਰਸਾਇਣਿਕ ਪ੍ਰਭਾਵ ਕਹਿ ਸਕਦੇ ਹਾਂ। ਜਾਂ ਨਿੰਬੂ ਦੇ ਘੋਲ ਦੇ ਵਿੱਚੋਂ ਦੇ ਕਰਕੇ ਬਲਬ ਚੱਲ ਜਾਂਦਾ ਹੈ, ਜਾਂ ਸਿਰਕੇ ਦੇ ਵਿੱਚੋਂ ਨਾਲ ਜਗ ਜਾਂਦਾ ਹੈਗਾ। ਤਾਂ ਇਹ ਸਾਰੇ ਕੀ ਹੋ ਗਏ, ਬਿਜਲੀ ਦੇ ਰਸਾਇਣਿਕ ਪ੍ਰਭਾਵ। ਅੱਗੇ ਚੱਲਦੇ ਹਾਂ, ਅਸੀਂ ਹੋਰ ਦੇਖਦੇ ਹਾਂ ਕਿਆ ਇਹ। ਅਸੀਂ ਇੱਕ ਸਰਕਟ ਬਣਾਇਆ ਹੈਗਾ, ਕਿਵੇਂ ਤੁਸੀਂ ਸਰਕਟ ਨੂੰ ਜੋੜ ਸਕਦੇ ਹੋ। ਤਾਰ ਲਓਗੇ, ਇੱਕ ਸੈੱਲ ਲਓਗੇ, ਬਲਬ ਲਓਗੇ ਅਤੇ ਇੱਦਾਂ ਤੁਸੀਂ ਇੱਕ ਸਰਕਟ ਬਣਾ ਸਕਦੇ ਹੋ ਸਿੰਪਲ, ਠੀਕ ਹੈ। ਤਾਂ ਬਲਬ ਕੀ ਹੈ, ਜਗ ਜੇਗਾ ਤੁਹਾਡਾ। ਇਹ ਇੱਕ ਸਧਾਰਨ ਬਿਜਲੀ ਦਾ ਸਰਕਟ ਦਿਖਾ ਰਹੇ ਹੈਗੇ ਆ ਕਿਵੇਂ, ਠੀਕ ਹੈ। ਇਹ ਬੱਚਿਆਂ ਨੂੰ ਮਾਡਲ ਦੇ ਤੌਰ 'ਤੇ ਅਸੀਂ ਦੇ ਰਹੇ ਹੈਗੇ ਆ। ਫਿਰ ਦੁਬਾਰਾ ਯੂ ਕੈਨ ਸੀ ਕਿ ਕਰੰਟ, ਇੱਕ ਤਾਰ ਦੇ ਵਿੱਚੋਂ ਕਰੰਟ ਕਿਵੇਂ ਫਲੋ ਕਰ ਰਿਹਾ ਹੈਗਾ, ਪੋਜ਼ੀਟਿਵ ਟੂ ਨੈਗੇਟਿਵ ਟਰਮੀਨਲ ਜਾ ਰਿਹਾ। ਜਦੋਂ ਚਾਬੀ ਖੁੱਲ੍ਹੀ ਆ ਉਦੋਂ ਕਰੰਟ ਨਹੀਂ ਫਲੋ ਕਰੇਗਾ। ਚਾਬੀ ਬੰਦ ਕਰਨ 'ਤੇ ਸਰਕਟ ਕੀ ਆ, ਪੂਰਾ ਹੋ ਜਾਂਦਾ। ਤਾਂ ਬਲਬ ਵਿਲ ਗਲੋ। ਅਦਰਵਾਈਜ਼ ਚਾਬੀ ਖੁੱਲ੍ਹੀ ਹੋਣ 'ਤੇ ਨਹੀਂ ਗਲੋ ਕਰ ਰਿਹਾ, ਪਰ ਜਦੋਂ ਚਾਬੀ ਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਸਰਕਟ ਪੂਰਾ ਹੋਣ ਕਰਕੇ ਬਲਬ ਕੀ ਹੋ ਜਾਏਗਾ, ਗਲੋ ਕਰ ਜਾਂਦਾ ਹੈਗਾ, ਠੀਕ ਹੈ। ਇਹ ਸੀਗੇ ਬਿਜਲੀ ਧਾਰਾ ਦੇ ਜਿਸ ਵੀ ਤਾਰ 'ਚੋਂ ਬਿਜਲੀ ਲੰਘਾਈ ਜਾਂਦੀ ਹੈਗੀ ਆ ਉੱਥੇ ਕਰੰਟ ਪੈਦਾ ਹੁੰਦਾ। ਫਿਰ ਦੁਬਾਰਾ ਹੈਗੀ ਹੈ ਅਗੇਨ ਟੂ ਐਕਸਪਲੇਨ ਕਿ ਕਰੰਟ ਕੈਰਿੰਗ ਵਾਇਰ ਦੇ ਅਰਾਊਂਡ ਸਰਾਊਂਡਿੰਗ ਚੁੰਬਕੀ ਖੇਤਰ ਡਿਵੈਲਪ ਹੁੰਦਾ। ਦੇਖ ਕੇ ਬਹੁਤਾ ਸਮਝ ਆ ਜਾਂਦਾ ਹੈਗਾ। ਤਾਂ ਚੁੰਬਕੀ ਸੂਈ ਦੀ ਡਿਫਲੈਕਸ਼ਨ ਦਿਖਾਈ ਹੈਗੀ ਹੈ, ਜਿਹਨੂੰ ਤੁਸੀਂ ਕੰਪਸ ਵੀ ਕਹਿ ਸਕਦੇ ਹੈਗੇ ਹੋ। ਹੁਣ ਆ ਗਿਆ ਇਲੈਕਟ੍ਰੋਲਿਸਿਸ ਜਾਂ ਇਲੈਕਟ੍ਰੋਪਲੇਟਿੰਗ। ਇਲੈਕਟ੍ਰੋਪਲੇਟਿੰਗ ਕੀ ਹੁੰਦੀ ਹੈ, ਬਿਜਲੀ ਮੁਲੰਮਾ ਕਰਨ, ਇੱਕ ਧਾਤ ਉੱਤੇ ਦੂਸਰੀ ਧਾਤ ਦੀ ਪਰਤ ਚੜ੍ਹਾਉਣਾ, ਜਿਵੇਂ ਕਿ ਡਾਇਗਰਾਮ 'ਚ ਦਿਖਾਇਆ। ਇਹਦੇ ਵਿੱਚ ਅਸੀਂ ਸਿਰਫ ਇਹ ਸ਼ੋ ਕਰ ਰਹੇ ਹਾਂ ਕਿ ਇੱਕ ਬਿੱਕਰ ਲਿਆ, ਉਹਦੇ ਵਿੱਚ 2 ਇਲੈਕਟ੍ਰੋਡ ਲਾਏ ਹੈ। ਐਨੋਡ ਅਤੇ ਕੈਥੋਡ। ਲੈਫਟ ਸਾਈਡ ਵਾਲਾ ਐਨੋਡ ਹੈ ਪੋਜ਼ੀਟਿਵ ਟਰਮੀਨਲ ਨਾਲ, ਅਤੇ ਇੱਕ ਕੈਥੋਡ ਉਹਨੂੰ ਨੈਗੇਟਿਵ ਟਰਮੀਨਲ ਨਾਲ ਜੋੜਾਂਗੇ। ਔਰ ਇਲੈਕਟ੍ਰੋਲਾਈਟ ਘੋਲ, ਇਹਦੇ ਵਿੱਚ ਸਿਰਫ ਇਲੈਕਟ੍ਰੋਲਾਈਟ ਦਾ ਦਿਖਾਇਆ ਹੈਗਾ ਕਿ ਇਲੈਕਟ੍ਰੋਲਾਈਟ ਕਿਸ 'ਚ ਟੁੱਟੇਗਾ, ਆਇਨਾਂ 'ਚ, ਕਾਪਰ ਆਇਨ ਅਤੇ ਸਲਫੇਟ ਆਇਨ 'ਚ ਟੁੱਟੇਗਾ। ਬਿਜਲੀ ਮੁਲੰਮਾਕਰਨ ਕੀ ਹੁੰਦਾ ਹੈ, ਇੱਕ ਧਾਤ ਦੇ ਉੱਤੇ ਦੂਸਰੀ ਧਾਤ ਦੀ ਪਰਤ ਚੜ੍ਹਾਉਣਾ, ਉਹਨੂੰ ਕੀ ਕਹਿੰਦੇ ਹਾਂ ਅਸੀਂ, ਬਿਜਲੀ ਮੁਲੰਮਾਕਰਨ ਜਾਂ ਇਲੈਕਟ੍ਰੋਪਲੇਟਿੰਗ। ਇਲੈਕਟ੍ਰੋਪਲੇਟਿੰਗ ਦੀ ਕਿੱਥੇ ਯੂਜ਼ ਕੀਤੀ ਜਾਂਦੀ ਆ, ਅੱਜ ਕੱਲ੍ਹ ਡੈਕੋਰੇਟਿਵ ਪਰਪਸ ਲਈ, ਜਾਂ ਜਿਸ ਤਰ੍ਹਾਂ ਆਇਰਨ ਵਗੈਰਾ ਉਹਨਾਂ ਨੂੰ ਕੀ ਲੱਗ ਜਾਂਦਾ ਹੈਗੇ ਆ, ਰਸਟ ਲੱਗ ਜਾਂਦੀ ਹੈ। ਤਾਂ ਉਸ ਨੂੰ ਰਸਟ ਲੱਗਣ ਤੋਂ ਬਚਾਉਣ ਲਈ ਉਹਦੇ ਉੱਤੇ ਜ਼ਿੰਕ ਦੀ ਪਰਤ ਚੜ੍ਹਾਈ ਜਾਂਦੀ ਹੈ। ਉਸ ਨੂੰ ਕੀ ਕਹਿੰਦੇ ਹਾਂ ਅਸੀਂ, ਗੈਲਵੇਨਾਈਜੇਸ਼ਨ। ਫਸਟ ਵੀ ਸੀ ਦੀ ਪ੍ਰੋਸੈਸ ਕਿ ਇਲੈਕਟ੍ਰੋਪਲੇਟਿੰਗ ਕਿਵੇਂ ਕੀਤੀ ਜਾਂਦੀ ਹੈ ਜਾਂ ਬਿਜਲੀ ਮੁਲੰਮਾਕਰਨ ਕਿਵੇਂ ਕੀਤਾ ਜਾਂਦਾ। ਦੈਨ ਵੀ ਵਿਲ ਡੂ ਦੀ ਯੂਜ਼ਸ ਆਫ ਇਟ ਕਿ ਹਾਊ ਡਨ। ਨਾਓ ਦਿਸ ਡਾਇਗਰਾਮ ਇਜ਼ ਵੈਰੀ ਇੰਪੋਰਟੈਂਟ। ਯੂ ਕੈਨ ਸੀ ਕਿ ਇਲੈਕਟ੍ਰੋਲਾਈਟ ਕਾਪਰ ਸਲਫੇਟ ਜਿਹੜਾ ਹੈਗਾ ਉਹ ਕਿਸ 'ਚ ਟੁੱਟ ਗਿਆ, ਕਾਪਰ ਅਤੇ ਸਲਫੇਟ ਆਇਨ 'ਚ। ਐਨੋਡ ਇੰਪਿਓਰ ਕਾਪਰ ਦਾ ਬਣਾਇਆ ਹੋਇਆ, ਅਸ਼ੁੱਧ ਕਾਪਰ ਦਾ ਐਨੋਡ ਬਣਾਇਆ ਹੋਇਆ, ਅਤੇ ਕੈਥੋਡ ਨੂੰ ਕੀ ਬਣਾਇਆ ਹੋਇਆ, ਪਿਓਰ ਕਾਪਰ ਦਾ। ਤੁਸੀਂ ਬਾਰ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖੋ। ਜੋ ਐਨੋਡ ਹੈ ਉਹ ਖੁਰ ਰਿਹਾ, ਠੀਕ ਹੈ। ਕੈਥੋਡ 'ਤੇ ਕੀ ਆ, ਡਿਪੋਜੀਸ਼ਨ ਹੋ ਰਹੀ ਹੈਗੀ ਆ ਪਿਓਰ ਮੈਟਲ ਦੀ। ਤਾਂ ਸਾਰਾ ਸਰਕਟ ਦੁਆਰਾ ਇਲੈਕਟ੍ਰੋਲਾਈਟ ਪਾਇਆ ਹੋਇਆ ਇੱਕ ਬੀਕਰ ਦੇ ਵਿੱਚ, 2 ਇਲੈਕਟ੍ਰੋਡ ਲਗਾਏ ਆ। ਐਨੋਡ ਲੈਫਟ ਸਾਈਡ ਵਾਲਾ ਇੰਪਿਓਰ ਮੈਟਲ। ਇੰਪਿਓਰ ਮੈਟਲ ਕਿਹੜੀ ਹੋਏਗੀ, ਜਿਸ ਨੂੰ ਅਸੀਂ ਕਿਸੇ ਦੇ ਉੱਤੇ ਚੜ੍ਹਾਉਣਾ ਹੈਗਾ, ਪਰਤ ਪਲੇਟਿੰਗ ਕਰਨੀ ਹੈ। ਔਰ ਪਿਓਰ ਮੈਟਲ ਜਿਸ ਉੱਤੇ ਪਲੇਟਿੰਗ ਕੀਤੀ ਜਾਂਦੀ ਹੈਗੀ ਉਹ ਕੀ ਹੋਏਗੀ, ਪਿਓਰ ਮੈਟਲ। ਤਾਂ ਇਹਦੇ ਵਿੱਚ ਕੀ ਹੁੰਦਾ, ਨੀਚੇ
ਇੰਪਿਓਰ ਮੈਟਲ ਦੇ ਵਿੱਚ ਜੋ ਹੋਣਗੀਆਂ ਅਸ਼ੁੱਧੀਆਂ ਹੋਣਗੀਆਂ ਐਨੋਡ ਮੱਡ ਦੇ ਤੌਰ 'ਤੇ ਨੀਚੇ ਬੈਠ ਜਾਂਦੀਆਂ ਹੈਗੀਆਂ। ਐਨੋਡ ਮੱਡ ਇਕੱਠੀ ਦਿਖਾਈ ਹੈ। ਇੱਧਰੋਂ ਐਨੋਡ ਕਿਆ ਹੈਗਾ, ਖੁਰ ਰਿਹਾ ਅਤੇ ਉਹਦੇ ਉੱਤੇ ਕੈਥੋਡ 'ਤੇ ਡਿਪੋਜੀਸ਼ਨ ਹੋ ਰਹੀ ਹੈਗੀ ਆ। ਦਿਸ ਇਜ਼ ਵੈਰੀ ਗੁੱਡ ਡਾਇਗਰਾਮ। ਇਫ ਯੂ ਸੀ ਸੋ ਮੈਨੀ ਟਾਈਮਸ ਯੂ ਕੈਨ ਅੰਡਰਸਟੈਂਡ ਕਿ ਕਾਪਰ ਸਲਫੇਟ ਇਲੈਕਟ੍ਰੋਲਾਈਟ ਆ, ਉਹ ਆਪਣੇ ਆਇਨਾਂ 'ਚ ਟੁੱਟ ਜਾਏਗਾ ਔਰ ਐਨੋਡ ਜਿਹੜਾ ਹੈਗਾ ਉਹ ਤੋਂ ਇਲੈਕਟ੍ਰੋਨ ਰਿਲੀਜ਼ ਹੋ ਕੇ ਕੈਥੋਡ ਕੰਨੀ ਜਾ ਰਹੇ ਆ ਔਰ ਐਨੋਡ ਕਿਆ ਹੈ ਦਾ ਸਾਈਜ਼ ਕੀ ਹੈ ਡਿਕਰੀਜ਼ ਹੋ ਰਿਹਾ। ਉੱਧਰ ਕੈਥੋਡ 'ਤੇ ਕਾਪਰ ਦੀ ਡਿਪੋਜੀਸ਼ਨ ਹੋ ਰਹੀ ਹੈਗੀ ਆ। ਤਾਂ ਇੱਦਾਂ ਇੱਕ ਧਾਨ ਦੇ ਉੱਤੇ ਅਸੀਂ ਦੂਸਰੀ ਧਾਨ ਦੀ ਪਰਤ ਚੜ੍ਹਾ ਸਕਦੇ ਹੈਗੇ ਆ। ਦਿਸ ਇਜ਼ ਨੋਨ ਐਜ਼ ਦੀ ਬਿਜਲੀ ਮੁਲੰਮਾਕਰਨ। ਇਹ ਬਾਰ ਦੇਖਣ 'ਤੇ ਔਰ ਸਮਝਣ 'ਤੇ ਹੀ ਆਉਂਦਾ ਹੈਗਾ ਕਿ ਐਨੋਡ ਖੁਰ ਰਿਹਾ ਅਤੇ ਕੈਥੋਡ 'ਤੇ ਡਿਪੋਜੀਸ਼ਨ ਹੋ ਰਹੀ ਹੈ ਅਤੇ ਪੋਜ਼ੀਟਿਵ ਤੋਂ ਨੈਗੇਟਿਵ ਟਰਮੀਨਲ ਐਨੋਡ ਤੋਂ ਕੈਥੋਡ ਕੰਨੀ ਇਲੈਕਟ੍ਰੋਨਸ ਫਲੋ ਕਰ ਰਹੇ ਹੈਗੇ ਆ। ਅੱਗੇ ਹੋਰ ਐਕਸਪਲੇਨ ਕਰ ਰਹੇ ਹਾਂ ਅਸੀਂ ਇਸ ਟੌਪਿਕ ਨੂੰ ਅੱਛੀ ਤਰ੍ਹਾਂ, ਬਿਜਲੀ ਮੁਲੰਮਾਕਰਨ। ਇਹ ਵੀ ਬੜਾ ਵਧੀਆ ਟੌਪਿਕ ਹੈਗਾ। ਯੂ ਕੈਨ ਸੀ ਕਿ ਸਭ ਤੋਂ ਪਹਿਲਾਂ ਇਲੈਕਟ੍ਰੋਲਾਈਟ ਕਿਸ 'ਚ ਟੁੱਟ ਰਿਹਾ, ਕਾਪਰ ਆਇਨ ਅਤੇ ਸਲਫੇਟ ਆਇਨ 'ਚ। ਅਸੀਂ ਐਨੋਡ ਲਿਆ ਕਾਪਰ ਦਾ ਔਰ ਬਰਾਸ ਦਾ ਕੈਥੋਡ ਰਿਹਾ। ਤਾਂ ਕਾਪਰ ਆਇਨ ਕਿੱਧਰ ਜਾ ਰਿਹਾ, ਕੈਥੋਡ ਕੰਨੀ, ਔਰ ਸਲਫੇਟ ਆਇਨ ਕਿੱਥੇ ਹੈਗਾ, ਸੋਲੂਸ਼ਨ ਦੇ ਕੰਨੀ। ਕਾਪਰ ਆਇਨ ਕੀ ਕਰਨਗੇ, ਉੱਥੇ ਜਾ ਕੇ ਡਿਪੋਜ਼ਿਟ ਹੋ ਜਾਣਗੇ। ਕਿਉਂਕਿ ਬੈਟਰੀ ਤੋਂ ਕੀ ਆ ਰਿਹਾ ਹੈ, ਐਨੋਡ ਤੋਂ ਕੀ ਆ ਰਿਹਾ, ਇਲੈਕਟ੍ਰੋਨ। ਤਾਂ ਕਾਪਰ ਆਇਨ ਕਿਸ 'ਚ ਤਬਦੀਲ ਹੋ ਗਏ, ਕਾਪਰ ਮੈਟਲ 'ਚ, ਜਿਨ੍ਹਾਂ ਦੀ ਡਿਪੋਜੀਸ਼ਨ ਕਿੱਥੇ ਹੋ ਜਾਏਗੀ, ਕੈਥੋਡ 'ਤੇ। ਇੱਧਰੋਂ ਕਾਪਰ ਇਲੈਕਟ੍ਰੋਨ ਲੋਸ ਕਰਕੇ ਕੀ ਬਣਾ ਰਿਹਾ, ਕਾਪਰ ਆਇਨ। ਇਹਨੂੰ ਕੀ ਕਹਿੰਦੇ ਆ, ਆਕਸੀਡੇਸ਼ਨ। ਉਹ ਕਾਪਰ ਦੇ ਆਇਨ ਕਿੱਥੇ ਜਾ ਰਹੇ ਹੈਗੇ ਆ, ਕੈਥੋਡ 'ਤੇ। ਐਨੋਡ ਤੋਂ ਕਾਪਰ ਦੇ ਆਇਨ ਸੋਲੂਸ਼ਨ 'ਚ ਆ ਕੇ ਕੈਥੋਡ 'ਤੇ ਜਾ ਰਹੇ ਆ ਔਰ ਐਨੋਡ ਤੋਂ ਇਲੈਕਟ੍ਰੋਨਸ ਕਿੱਥੇ ਜਾ ਰਹੇ ਆ, ਕੈਥੋਡ 'ਤੇ। ਤਾਂ ਕੈਥੋਡ ਦੇ ਉੱਤੇ ਕਾਪਰ ਮੈਟਲ ਜਮ੍ਹਾਂ ਹੋ ਜਾਂਦੀ ਹੈ। ਸਾਰਾ ਐਨੋਡ ਹੌਲੀ ਹੌਲੀ ਖੁਰਨਾ ਸ਼ੁਰੂ ਹੋ ਜਾਂਦਾ ਔਰ ਇਹ ਬਰਾਸ ਦਾ ਜਿਹੜਾ ਕੈਥੋਡ ਹੈ ਇਹਦੇ ਉੱਤੇ ਡਿਪੋਜੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਰੈਪੀਟੀਸ਼ਨ ਨਾਲ ਜ਼ਿਆਦਾ ਸਮਝ ਆਉਂਦਾ ਬੇਟਾ। ਪਹਿਲਾਂ ਇਲੈਕਟ੍ਰੋਲਾਈਟ ਟੁੱਟ ਰਿਹਾ ਹੈਗਾ ਕਾਪਰ ਆਇਨ ਅਤੇ ਸਲਫੇਟ ਆਇਨ 'ਚ, ਠੀਕ ਹੈ। ਇਲੈਕਟ੍ਰੋਲਾਈਟ ਜੋ ਹੈ ਘੋਲ ਦੇ ਵਿੱਚ ਸੋਲੂਸ਼ਨ ਟੁੱਟ ਗਿਆ। ਕਾਪਰ ਆਇਨ ਕਿੱਧਰ ਗਏ, ਕੈਥੋਡ 'ਤੇ। ਸਲਫੇਟ ਆਇਨ ਕਿੱਥੇ ਰਹਿ ਗਏ, ਸੋਲੂਸ਼ਨ 'ਚ। ਕਾਪਰ ਆਇਨ ਇਲੈਕਟ੍ਰੋਨਸ ਲੈ ਕੇ, ਠੀਕ ਹੈ, ਇਲੈਕਟ੍ਰੋਨਸ ਕਿੱਥੋਂ ਆ ਰਹੇ ਆ, ਇੱਧਰੋਂ ਐਨੋਡ ਤੋਂ, ਜਾਂ ਯੂ ਕੈਨ ਸੇ ਬੈਟਰੀ ਤੋਂ ਆ ਰਹੇ ਆ। ਕਾਪਰ ਆਇਨ ਨੇ ਇਲੈਕਟ੍ਰੋਨਸ ਗੇਨ ਕੀਤੇ, ਇਸ ਨੂੰ ਕੀ ਕਹਿੰਦੇ ਆ ਅਸੀਂ, ਰਿਡਕਸ਼ਨ। ਤਾਂ ਉਸ ਤੋਂ ਕੀ ਬਣ ਗਈ, ਕਾਪਰ ਮੈਟਲ, ਜਿਹੜੀ ਕਿ ਹੈ ਕੈਥੋਡ 'ਤੇ ਡਿਪੋਜ਼ਿਟ ਹੋ ਜੂਗੀ। ਔਰ ਇੱਧਰ ਐਨੋਡ ਨੇ ਇਲੈਕਟ੍ਰੋਨ ਲੋਸ ਕੀਤੇ ਕਾਪਰ ਨੇ, ਤਾਂ ਉਹ ਤੋਂ ਕੀ ਬਣ ਗਏ, ਆਇਨਸ। ਉਹ ਘੋਲ ਦੇ ਵਿੱਚ ਆ ਗਏ, ਉਹ ਆਇਨ ਘੋਲ 'ਚੋਂ ਫਿਰ ਕੈਥੋਡ 'ਤੇ ਗਏ ਔਰ ਇਲੈਕਟ੍ਰੋਨਸ ਕਿੱਥੋਂ ਆ ਰਹੇ ਹੈਗੇ ਆ, ਐਨੋਡ ਤੋਂ। ਮੀਨ ਸਾਰਾ ਕੁਝ ਕਾਪਰ ਆਇਨ ਵੀ ਐਨੋਡ ਤੋਂ ਆ ਰਿਹਾ, ਇਲੈਕਟ੍ਰੋਨ ਵੀ, ਔਰ ਡਿਪੋਜ਼ਿਟ ਕਿੱਥੇ ਹੋ ਰਹੇ ਆ, ਕੈਥੋਡ 'ਤੇ ਜਾ ਕੇ। ਮੈਟਲ ਕਿੱਥੇ ਡਿਪੋਜ਼ਿਟ ਹੋ ਰਹੀ ਹੈ, ਕੈਥੋਡ 'ਤੇ। ਔਰ ਜਿਹੜਾ ਇਹ ਐਨੋਡ ਹੈ ਉਹ ਹੌਲੀ ਹੌਲੀ ਖੁਰ ਰਿਹਾ ਔਰ ਕੈਥੋਡ 'ਤੇ ਕੀ ਹੋ ਰਹੀ ਹੈ, ਡਿਪੋਜੀਸ਼ਨ। ਲੋਸ ਆਫ ਇਲੈਕਟ੍ਰੋਨ, ਯੂ ਕੈਨ ਅਗੇਨ ਐਂਡ ਅਗੇਨ ਸੀ ਸੋ ਮੈਨੀ ਥਿੰਗਸ। ਲੋਸ ਆਫ ਇਲੈਕਟ੍ਰੋਨ ਇਹਨੂੰ ਕੀ ਕਵਾਂਗੇ, ਆਕਸੀਡੇਸ਼ਨ, ਅਤੇ ਗੇਨ ਆਫ ਇਲੈਕਟ੍ਰੋਨਸ ਨੂੰ ਕੀ ਕਵਾਂਗੇ, ਰਿਡਕਸ਼ਨ। ਆਈ ਥਿੰਕ with the repetition you can repeat the topic so many times, and I hope so by seeing you understand which is the anode, cathode। ਨੈਗੇਟਿਵ ਟਰਮੀਨਲ ਨੂੰ ਐਨੋਡ ਕਹਿੰਦੇ ਆ, ਕੈਥੋਡ ਪੋਜ਼ੀਟਿਵ ਟਰਮੀਨਲ ਹੋਊਗਾ। ਬੈਟਰੀ ਦੇ ਪੋਜ਼ੀਟਿਵ ਨਾਲ ਜੋੜਾਂਗੇ, ਕਿਹੜਾ ਖੁਰਦਾ ਹੈ, ਕਿਤੇ ਐਨੋਡ ਮੱਡ ਡਿਪੋਜ਼ਿਟ ਹੁੰਦੀ ਹੈ, ਕਿਹੜੀ ਇੰਪਿਓਰ ਇਲੈਕਟ੍ਰੋਪਲੇਟਿੰਗ। these are all you have understand clearly by seeing this diagram, and I think there is no more video. Anode, cathode, I place so many. Now thanks for watching. Renu GMS Barnala Mansa. This is this small circuit where I place the banana in it. Bulb will glow. This shows कि vegetable fruits have the ions, ਤਾਂ ਕਰਕੇ ਬੱਲਬ ਕੀ ਹੈ, ਗਲੋ ਕਰ ਗਿਆ, ਠੀਕ ਹੈ। ਅਗਰ ਇਹਦੀ ਜਗ੍ਹਾ ਅਸੀਂ ਰਬੜ ਜਾਂ ਪਲਾਸਟਿਕਸ ਵਗੈਰਾ ਲਾਉਂਦੇ ਤਾਂ ਬੱਲਬ ਨੇ ਗਲੋ ਨਹੀਂ ਕਰਨਾ ਸੀ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ।